हाँ जी प्यारे विद्यार्थियों, स्वागत है तुहाडा सारिਆਂ ਦਾ मेरी क्लास ਦੇ ਵਿੱਚ। इस क्लास ਦੇ ਵਿੱਚ ਅੱਜ ਅਸੀਂ 8ਵੀਂ ਜਮਾਤ ਦੀ ਸਾਇੰਸ ਕਰਾਂਗੇ। ਸਾਇੰਸ ਦਾ ਚੈਪਟਰ ਅਸੀਂ ਕਰਾਂਗੇ ਅੱਜ ਫਸਲ ਉਤਪਾਦਨ ਅਤੇ ਪ੍ਰਬੰਧਨ। ਇਸ ਪਾਠ ਦੇ ਨਾਲ ਸੰਬੰਧਿਤ ਜੋ ਵੀ ਤੁਹਾਡਾ ਬੁੱਕ ਵਰਕ ਤੁਹਾਡੀ ਪਾਠ ਪੁਸਤਕ ਦੇ ਵਿੱਚ ਦਿੱਤਾ ਗਿਆ ਸੀ ਤਾਂ ਉਸ ਨੂੰ ਅਸੀਂ ਨੇ ਹੱਲ ਕਰਨਾ ਹੈ। ਫਸਟ ਪਾਰਟ ਹੈ ਜੀ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਜੀ ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਕੀਟ ਕਿਹਾ ਜਾਂਦਾ ਹੈ। ਪਹਿਲੀ ਖਾਲੀ ਥਾਂ ਦੇ ਵਿੱਚ ਤੁਸੀਂ ਕੀਟ ਭਰੋਗੇ। ਨੰਬਰ 2, ਜਦੋਂ ਖੇਤ ਵਿੱਚ ਇੱਕੋ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸ ਨੂੰ ਡੈਸ਼ ਕਹਿੰਦੇ ਹਨ। ਉਸ ਨੂੰ ਫਸਲ ਕਿਹਾ ਜਾਂਦਾ ਹੈ। ਦੂਸਰੀ ਖਾਲੀ ਥਾਂ ਦੇ ਵਿੱਚ ਤੁਸੀਂ ਫਸਲ ਭਰੋਗੇ। ਨੰਬਰ 3, ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਡੈਸ਼ ਦੀਆਂ ਫਸਲਾਂ ਕਹਿੰਦੇ ਹਨ। ਇਹਨਾਂ ਨੂੰ ਅਸੀਂ ਰੱਬੀ ਫਸਲਾਂ ਆਖਦੇ ਹਾਂ, ਜਿਵੇਂ ਕਿ ਕਣਕ, ਸਰੋਂ, ਠੀਕ ਹੈ, ਜਿਉਂ, ਇਹ ਸਭ ਨੇ ਰੱਬੀ ਫਸਲਾਂ ਨੇ। ਇਸ ਤੋਂ ਬਾਅਦ ਹੈ ਜੀ ਚੌਥੀ ਖਾਲੀ ਥਾਂ ਮੱਛੀ ਉਤਪਾਦਨ ਅਤੇ ਸਾਂਭ ਸੰਭਾਲ ਨੂੰ ਡੈਸ਼ ਕਹਿੰਦੇ ਹਨ। ਇਹਨੂੰ ਅਸੀਂ ਮੱਛੀ ਪਾਲਣ ਆਖਦੇ ਹਾਂ। ਨੰਬਰ 5, ਫਸਲ ਉਤਪਾਦ ਨੂੰ ਬਾਜ਼ਾਰ ਵਿੱਚ ਵੇਚਣਾ ਡੈਸ਼ ਕਹਾਉਂਦਾ ਹੈ, ਮੰਡੀਕਰਨ। ਨੰਬਰ 6, ਸ਼ਹਿਦ ਦੇ ਉਤਪਾਦਨ ਅਤੇ ਪ੍ਰਬੰਧਨ ਨੂੰ ਡੈਸ਼ ਕਿਹਾ ਜਾਂਦਾ ਹੈ। ਇਹਨੂੰ ਅਸੀਂ ਮਧੂ ਮੱਖੀ ਪਾਲਣ ਆਖਦੇ ਹਾਂ, ਠੀਕ ਹੈ ਜੀ। ਇਸ ਖਾਲੀ ਥਾਂ ਦੇ ਵਿੱਚ ਤੁਸੀਂ ਮਧੂ ਮੱਖੀ ਪਾਲਣ ਭਰੋਗੇ। ਨੰਬਰ 7, ਘਰਾਂ ਵਿੱਚ ਦਾਣੇ ਡੈਸ਼ ਵਿੱਚ ਭੰਡਾਰਿਤ ਕੀਤੇ ਜਾਂਦੇ ਹਨ। ਲੋਹੇ ਦੇ ਡਰਮਾਂ ਵਿੱਚ, ਢੋਲ ਹੈ ਨਾ, ਉਹਨਾਂ ਦੇ ਵਿੱਚ ਆਪਾਂ ਕਣਕ ਪਾਉਂਦੇ ਹਾਂ ਤਾਂ ਢੋਲ ਹੁੰਦੇ ਨੇ, ਹੈ ਨਾ, ਡਰਮ ਬਣੇ ਹੁੰਦੇ ਨੇ ਲੋਹੇ ਦੇ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਭਾਗ ਹੈ ਜੀ, ਇਸ ਭਾਗ ਦੇ ਵਿੱਚ ਕੀ ਹੋਏਗਾ ਕਿ ਅਸੀਂ ਨੇ ਸਹੀ ਜਾਂ ਗਲਤ ਦੱਸਣਾ ਹੈ ਕਿ ਕਿਹੜਾ ਵਾਕ ਜਿਹੜਾ ਇਹ ਸਹੀ ਹੈ ਉਹਦੇ ਸਾਹਮਣੇ ਇਹ ਨਿਸ਼ਾਨ ਲਗਾਉਣਾ ਹੈ, ਠੀਕ ਹੈ। ਜਿਹੜਾ ਗਲਤ ਹੈ ਉਹਦੇ ਸਾਹਮਣੇ ਅਸੀਂ ਨੇ ਕ੍ਰੋਸ ਦਾ ਨਿਸ਼ਾਨ ਲਗਾਉਣਾ ਹੈ। ਤਾਂ ਦੇਖੋ ਜੀ, ਪਹਿਲਾ ਵਾਕ ਆਪਾਂ ਨੂੰ ਦਿੱਤਾ ਗਿਆ ਹੈ ਫਸਲ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਮੱਛੀ ਪਾਲਣ ਕਹਿੰਦੇ ਹਨ। ਤਾਂ ਇਹ ਕਥਨ ਕੀ ਹੋ ਜਾਵੇ, ਗਲਤ। ਤੁਸੀਂ ਇਸ ਦੇ ਸਾਹਮਣੇ ਇਸ ਤਰੀਕੇ ਨਾਲ ਕ੍ਰੋਸ ਦਾ ਨਿਸ਼ਾਨ ਲਗਾ ਲਵੋਗੇ। ਇਸ ਤੋਂ ਬਾਅਦ ਨੰਬਰ 2, ਦੂਸਰਾ ਹੈ ਜੀ ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਸਕਦੀ ਹੈ। ਇਹ ਕਥਨ ਸਹੀ ਹੈ। ਇਹਦੇ ਸਾਹਮਣੇ ਤੁਸੀਂ ਸਹੀ ਦਾ ਨਿਸ਼ਾਨ ਲਗਾਓਗੇ। ਇਸ ਤੋਂ ਬਾਅਦ ਨੰਬਰ 3, ਰੂੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕ ਹੁੰਦੇ ਹਨ, ਗਲਤ, ਠੀਕ ਹੈ ਜੀ। ਇਹ ਕਥਨ ਗਲਤ ਹੋ ਗਿਆ। ਇਸ ਤੋਂ ਬਾਅਦ ਹੈ ਜੀ ਨੰਬਰ 4, ਮਿੱਟੀ ਪੁੱਟਣ ਲਈ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਥਨ ਕੀ ਹੋ ਗਿਆ, ਗਲਤ। ਨੰਬਰ 5, ਹਲ ਇੱਕ ਖੇਤੀ ਦਾ ਔਜ਼ਾਰ ਹੈ ਜੋ ਮਿੱਟੀ ਨੂੰ ਵਾਹੁਣ ਲਈ ਵਰਤਿਆ ਜਾਂਦਾ ਹੈ। ਇਹ ਕਥਨ ਬਿਲਕੁਲ ਸਹੀ ਹੈ। ਨੰਬਰ 6, ਦੰਦਰਾਲ ਇੱਕ ਅਜਿਹਾ ਖੇਤੀ ਸੰਦ ਹੈ ਜਿਸ ਦੀ ਵਰਤੋਂ ਨਦੀਨ ਕੱਢਣ ਲਈ ਕੀਤੀ ਜਾਂਦੀ ਹੈ। ਤਾਂ ਇਹ ਕਥਨ ਵੀ ਸਹੀ ਹੋ ਜਾਵੇਗਾ। ਇਸ ਤਰੀਕੇ ਨਾਲ ਆਪਾਂ ਨੇ ਇਹ ਭਾਗ ਜਿਹੜਾ ਇਹ ਵੀ ਪੂਰਾ ਕਰ ਲਿਆ ਹੈ। ਇਸ ਤੋਂ ਬਾਅਦ ਆਪਾਂ ਅਗਲੇ ਭਾਗ 'ਤੇ ਚੱਲਦੇ ਹਾਂ। ਅਗਲੇ ਭਾਗ ਦੇ ਵਿੱਚ ਕੀ ਹੈ ਜੀ, ਦੇਖੋ ਤੁਹਾਨੂੰ ਇੱਕ ਤਾਂ ਦਿੱਤਾ ਹੋਇਆ ਕਾਲਮ ਊੜਾ ਅਤੇ ਇੱਕ ਦਿੱਤਾ ਗਿਆ ਕਾਲਮ ਆੜਾ, ਠੀਕ ਹੈ। ਤਾਂ ਕਾਲਮ ਊੜਾ ਅਤੇ ਕਾਲਮ ਆੜਾ ਦੋਨਾਂ ਨੂੰ ਆਪਾਂ ਨੇ ਕੀ ਕਰਨਾ ਸੀ, ਮਿਲਾਉਣਾ ਹੈਗਾ, ਠੀਕ ਹੈ ਜੀ। ਤਾਂ ਕਾਲਮ ਊੜਾ ਇਹ ਕਾਲਮ ਆੜਾ ਹੈ। ਇਹਨਾਂ ਦੇ ਵਿੱਚੋਂ ਜੋ ਸਹੀ ਆਨਸਰ ਬਣਦਾ ਆਪਣਾ ਉਸ ਦੇ ਨਾਲ ਆਪਾਂ ਮੈਚ ਕਰਾਂਗੇ। ਜਿਵੇਂ ਕਿ ਪਹਿਲਾ ਕਥਨ ਕੀ ਹੈ, ਇਹ ਇੱਕ ਅਜਿਹਾ ਖੇਤੀ ਸੰਦ ਹੈ ਜੋ ਕਟਾਈ ਅਤੇ ਗਹਾਈ ਕਰਕੇ ਦਾਣੇ ਵੱਖ ਕਰਦਾ ਹੈ। ਤਾਂ ਇਸ ਨੂੰ ਤੁਸੀਂ ਮਿਲਾਓਗੇ ਕੰਬਾਈਨ ਦੇ ਨਾਲ, ਠੀਕ ਹੈ ਜੀ। ਅਲੱਗ-ਅਲੱਗ ਕਲਰਾਂ ਦੇ ਵਿੱਚ ਮਿਲਾ ਕੇ ਦਿਖਾਵਾਂਗੇ ਤੁਹਾਨੂੰ ਤਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਕ੍ਰੀਏਟ ਨਾ ਹੋਵੇ, ਠੀਕ ਹੈ ਜੀ। ਇਸ ਤੋਂ ਬਾਅਦ ਨੰਬਰ 2, ਮਾਸ ਅਤੇ ਅੰਡਿਆਂ ਲਈ ਪੰਛੀ ਪਾਲਣ ਨੂੰ ਕੀ ਕਿਹਾ ਜਾਂਦਾ ਹੈ। ਇਹਨੂੰ ਅਸੀਂ ਪੋਲਟਰੀ ਆਖਦੇ ਹਾਂ, ਠੀਕ ਹੈ। ਇਹਨੂੰ ਤੁਸੀਂ ਪੋਲਟਰੀ ਦੇ ਨਾਲ ਮੈਚ ਕਰੋਗੇ। ਇਸ ਤੋਂ ਬਾਅਦ ਨੈਕਸਟ ਹੈ ਜੀ ਨੰਬਰ 3। ਤਾਂ ਦੇਖੋ ਨੰਬਰ 3 ਸਮਝਦੇ ਆਪਾਂ, ਇਹ ਨਾਈਟ੍ਰੋਜਨ ਭਰਪੂਰ ਰਸਾਇਣਿਕ ਖਾਦ ਹੈ। ਤਾਂ ਇਹ ਹੁੰਦੀ ਹੈ ਯੂਰੀਆ, ਇਹਨੂੰ ਯੂਰੀਆ ਦੇ ਨਾਲ ਮੈਚ ਕਰਾਂਗੇ। ਇਸ ਤੋਂ ਬਾਅਦ ਨੈਕਸਟ ਹੈ ਜੀ ਆਪਣੇ ਕੋਲ, ਜੋ ਨੈਕਸਟ ਆਪਾਂ ਮੈਚ ਕਰਨਾ ਹੈਗਾ ਬਲੈਕ ਕਲਰ ਦੇ ਨਾਲ ਕਰਦੇ ਆਪਾਂ, ਜੌਂ ਅਤੇ ਸਰੋਂ। ਤਾਂ ਜੌਂ ਅਤੇ ਸਰੋਂ ਆਪਾਂ ਹੁਣੇ ਦੱਸ ਕੇ ਹਟੇ ਤੁਹਾਨੂੰ ਕੀ ਨੇ, ਇਹ ਰੱਬੀ ਫਸਲਾਂ ਨੇ, ਠੀਕ ਹੈ। ਇਹਨੂੰ ਆਪਾਂ ਰੱਬੀ ਦੇ ਨਾਲ ਮੈਚ ਕਰਾਂਗੇ। ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਜੋ ਆਪਸ਼ਨ ਬਚਦੀ ਹੈ ਜੀ ਇਹਨੂੰ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਤਾਂ ਦੇਖੋ ਜੀ ਮੱਕੀ ਅਤੇ ਝੋਨਾ, ਮੱਕੀ ਅਤੇ ਝੋਨਾ ਯਾਨੀ ਕਿ ਚਾਵਲ ਕਹਿ ਸਕਦੇ, ਇਹ ਖਰੀਫ ਫਸਲਾਂ ਨੇ, ਇਹਨੂੰ ਇਹਦੇ ਨਾਲ ਮੈਚ ਕਰੋਗੇ। ਇਸ ਤਰੀਕੇ ਨਾਲ ਤੁਹਾਨੂੰ ਸਾਰੇ ਇਹ ਅਲੱਗ-ਅਲੱਗ ਕਲਰਾਂ ਦੇ ਵਿੱਚ ਆਪਾਂ ਨੇ ਮੈਚ ਕਰਕੇ ਦਿਖਾ ਦਿੱਤੇ ਨੇ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਅਗਲਾ ਭਾਗ। ਅਗਲਾ ਭਾਗ ਹੈ ਜੀ ਸਹੀ ਉੱਤਰ ਚੁਣੋ। ਇਹਦੇ ਵਿੱਚੋਂ ਜੋ ਵੀ ਉੱਤਰ ਸਹੀ ਆਪਾਂ ਨੂੰ ਦਿੱਤਾ ਗਿਆ ਸੀ ਉਸ ਉੱਤਰ ਦੀ ਆਪਾਂ ਨੇ ਇਸ ਦੇ ਵਿੱਚ ਚੋਣ ਕਰਨੀ ਹੈ। ਤਾਂ ਸਹੀ ਉੱਤਰ ਚੁਣਨਾ ਆਪਾਂ ਨੇ, ਦੇਖੋ ਜੀ ਛਿੱਟਾ ਦੇਣਾ ਇੱਕ ਢੰਗ ਹੈ। ਕਾਹਦਾ ਢੰਗ ਹੈ, ਇਹ 4 ਆਪਸ਼ਨ ਆਪਾਂ ਨੂੰ ਦਿੱਤੀਆਂ ਗਈਆਂ ਨੇ। ਇਹਨਾਂ ਚਾਰਾਂ ਦੇ ਵਿੱਚੋਂ ਜੋ ਸਭ ਤੋਂ ਬੈਸਟ ਆਪਸ਼ਨ ਹੈ ਜੀ ਉਹ ਆਪਾਂ ਨੇ ਸਿਲੈਕਟ ਕਰਨੀ ਹੁੰਦੀ ਹੈ, ਠੀਕ ਹੈ। ਨਦੀਨ ਕੱਢਣ ਦਾ
ਬੀਜਣ ਦਾ, ਸਿੰਚਾਈ ਦਾ ਜਾਂ ਫਿਰ ਕਟਾਈ ਦਾ। ਤਾਂ ਦੇਖੋ ਛਿੱਟਾ ਦੇਣਾ ਕੀ ਹੈ, ਇੱਕ ਬੀਜਣ ਦਾ ਢੰਗ ਹੈ। ਠੀਕ ਹੈ, ਇਹਦੇ ਵਿੱਚ ਆਪਾਂ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਜੋ ਆਨਸਰ ਅਸੀਂ ਹਾਈਲਾਈਟ ਕੀਤਾ ਹੈ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤੁਸੀਂ ਇੱਥੇ ਹੀ ਇਸ ਨੂੰ ਟਿਕ ਕਰ ਸਕਦੇ ਹੋ। ਠੀਕ ਹੈ, ਜਾਂ ਫਿਰ ਇੱਦਾਂ ਆਨਸਰ ਇਸ ਦਾ ਲਿਖ ਸਕਦੇ ਹੋ, ਜਿਵੇਂ ਤੁਹਾਨੂੰ ਤੁਹਾਡੀ ਕਲਾਸ ਅਧਿਆਪਕ ਨੇ ਇੰਸਟਰਕਸ਼ਨ ਦਿੱਤੀਆਂ ਨੇ ਤੁਸੀਂ ਇੱਦਾਂ ਕਰ ਸਕਦੇ ਹੋ। ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਦੂਸਰਾ ਪ੍ਰਸ਼ਨ ਹੈ ਜੀ, ਜਿਸ ਥਾਂ ਪਾਣੀ ਦੀ ਘਾਟ ਹੋਵੇ ਉੱਥੇ ਸਿੰਚਾਈ ਦਾ ਸਭ ਤੋਂ ਵਧੀਆ ਢੰਗ। ਤਾਂ ਜਿਸ ਥਾਂ ਪਾਣੀ ਦੀ ਘਾਟ ਹੈ ਉੱਥੇ ਸਭ ਤੋਂ ਵਧੀਆ ਢੰਗ ਕਿਹੜਾ ਹੋਏਗਾ? ਦੇਖੋ, ਕੂਲਾਂ ਰਾਹੀਂ, ਫੁਹਾਰਾ ਵਿਧੀ, ਤੁਪਕਾ ਸਿੰਚਾਈ ਜਾਂ ਫਿਰ ਨਹਿਰੀ ਸਿੰਚਾਈ। ਇਹਦੇ 'ਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਤੁਪਕਾ ਸਿੰਚਾਈ। ਠੀਕ ਹੈ, ਆਪਸ਼ਨ ਥਰਡ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 3, ਤੀਸਰਾ ਪ੍ਰਸ਼ਨ ਹੈ ਜੀ, ਇਸ ਦੀ ਤਿਆਰੀ ਲਈ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਤਾਂ ਦੇਖੋ, ਜਦੋਂ ਭੂਮੀ ਦੀ ਤਿਆਰੀ ਲਈ ਆਪਾਂ ਕਰਦੇ ਹਾਂ ਗੰਡੋਇਆਂ ਦੀ ਵਰਤੋਂ ਕਰਦੇ ਹਾਂ, ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਠੀਕ ਹੈ, ਤਾਂ ਦੇਖੋ ਵਰਮੀ ਕੰਪੋਸਟ। ਠੀਕ ਹੈ, ਵਰਮੀ ਕੰਪੋਸਟ ਦੇ ਲਈ ਆਪਾਂ ਗੰਡੋਇਆਂ ਦੀ ਵਰਤੋਂ ਕਰਦੇ ਹਾਂ। ਠੀਕ ਹੈ, ਮਤਲਬ ਕਿ ਇਹ ਇੱਕ ਖਾਦ ਟਾਈਪ ਹੈ, ਹੈ ਨਾ, ਖਾਦ ਕਹਿ ਲਓ ਵੀ, ਵਰਮੀ ਕੰਪੋਸਟ ਤਿਆਰ ਕਰਦੇ ਹਾਂ ਆਪਾਂ, ਤਾਂ ਉੱਥੇ ਗੰਡੋਇਆਂ ਦੀ ਵਰਤੋਂ ਆਪਾਂ ਕਰਦੇ ਹਾਂ। ਠੀਕ ਹੈ ਜੀ। ਇੱਥੇ ਭੂਮੀ ਦੀ ਨਹੀਂ, ਮਾफ़ ਕਰਿਓ, ਭੂਮੀ ਦੀ ਨਹੀਂ ਗੱਲ, ਇੱਥੇ ਇਹਦੀ ਗੱਲ ਸੀ ਨਾ, ਵਰਮੀ ਕੰਪੋਸਟ ਨੂੰ ਤਿਆਰ ਕਰਨੇ ਤਾਂ ਉਹਦੇ 'ਚ ਗੰਡੋਇਆਂ ਦੀ ਵਰਤੋਂ ਹੁੰਦੀ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4, ਚੌਥਾ ਪ੍ਰਸ਼ਨ ਹੈ ਜੀ, ਰਸਾਇਣਿਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਫਸਲ ਉਗਾਉਣ ਦੇ ਢੰਗ ਨੂੰ ਕੀ ਕਹਿੰਦੇ ਹਨ? ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਿਨਾਂ ਜਦੋਂ ਆਪਾਂ ਮਤਲਬ ਕਿ ਐਸਾ ਫਸਲ ਨੂੰ ਉਗਾਉਂਦੇ ਹਾਂ ਤਾਂ ਇਹਨੂੰ ਜੈਵਿਕ ਖੇਤੀ ਕਿਹਾ ਜਾਂਦਾ। ਇਹਦੇ ਵਿੱਚੋਂ ਆਪਾਂ ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ, ਇਹ ਆਪਾਂ ਇਸ ਦੇ ਵਿੱਚ ਸਿਲੈਕਟ ਕਰਾਂਗੇ, ਜੈਵਿਕ ਖੇਤੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 5, ਪੰਜਵੇਂ ਪ੍ਰਸ਼ਨ ਹੈ ਜੀ, 3 ਬਹੁਮਾਤਰੀ ਪੋਸ਼ਕ ਤੱਤ ਹਨ। ਤਾਂ ਬਹੁਮਾਤਰੀ ਪੋਸ਼ਕ ਤੱਤ ਕਿਹੜੇ ਕਿਹੜੇ ਨੇ? ਇਹਦੇ ਵਿੱਚ ਦੇਖੋ ਜੀ, ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਤਾਂ ਸੈਕਿੰਡ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ, ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਸੈਕਿੰਡ ਆਪਸ਼ਨ ਨੂੰ ਟਿਕ ਕਰ ਲਓ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, ਤੂੜੀ ਵਿੱਚੋਂ ਦਾਣੇ ਵੱਖ ਕਰਨ ਦਾ ਢੰਗ, ਇਸ ਨੂੰ ਅਸੀਂ ਕੀ ਆਖਦੇ ਹਾਂ? ਇਸ ਨੂੰ ਅਸੀਂ ਕਟਾਈ ਆਖਦੇ ਹਾਂ, ਜਾਂ ਫਿਰ ਛਿੱਟਾ ਦੇਣਾ, ਜਾਂ ਗਹਾਈ, ਜਾਂ ਛੰਟਣਾ। ਤਾਂ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ ਛੰਟਣਾ। ਆਪਸ਼ਨ ਫੋਰਥ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ 6ਵਾਂ ਪ੍ਰਸ਼ਨ ਆਪਾਂ ਨੇ ਕੰਪਲੀਟ ਕਰ ਲਿਆ ਹੈ। ਇਸ ਤੋਂ ਬਾਅਦ ਹੈ ਜੀ ਦੇਖੋ, ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਜਿਹੜੇ, ਦੇਖੋ ਇਸ ਦੇ ਵਿੱਚ ਕੀ ਆਪਾਂ ਨੇ ਛੋਟੇ ਛੋਟੇ ਉੱਤਰ ਲਿਖਣੇ ਨੇ। ਜਿਵੇਂ ਕਿ ਦੇਖੋ, ਦੁੱਧ ਲਈ ਪਾਲੇ ਜਾਂਦੇ 2 ਪਸ਼ੂਆਂ ਦੇ ਨਾਂ, ਗਾਂ ਅਤੇ ਮੱਝ। ਠੀਕ ਹੈ, ਇਹਦੇ 'ਚ ਨਿੱਕਾ ਜਿਹਾ ਆਨਸਰ ਲਿਖੋ ਤੁਸੀਂ, ਗਾਂ ਅਤੇ ਮੱਝ। ਠੀਕ ਹੈ। ਤਾਂ ਨੰਬਰ 2, ਸਿੰਚਾਈ ਦੇ 2 ਪੁਰਾਤਨ ਢੰਗ, ਇੱਕ ਤਾਂ ਹਲਟ, ਇੱਕ ਢੇਕਲੀ। ਠੀਕ ਹੈ ਜੀ, ਇਸ ਤਰ੍ਹਾਂ 2 ਤੁਸੀਂ ਇਹ ਪੁਰਾਤਨ ਢੰਗਾਂ ਦੇ ਨਾਂ ਲਿਖ ਸਕਦੇ ਹੋ। ਹਲ ਕੀ ਹੈ? ਹਲ ਇੱਕ ਖੇਤੀ ਦਾ ਔਜ਼ਾਰ ਹੈ ਜਿਸ ਦੀ ਵਰਤੋਂ ਹਲ ਵਾਹੁਣ, ਮਿੱਟੀ ਨੂੰ ਉਲਟਾਉਣ ਲਈ ਕੀਤੀ ਜਾਂਦੀ ਹੈ। ਮਤਲਬ ਕਿ ਵਾਹੁਣ ਦੇ ਲਈ ਆਪਾਂ ਇਸ ਦੀ ਵਰਤੋਂ ਕਰਦੇ ਹਾਂ ਨਾ, ਮਿੱਟੀ ਨੂੰ ਪੋਲੀ ਕਰ ਦਿੰਦੇ, ਮਿੱਟੀ ਨੂੰ ਪੁੱਟ ਦਿੰਦਾ, ਇਹ ਉਲਟਾ ਦਿੰਦੇ ਨੇ ਹਲ। ਠੀਕ ਹੈ। ਇਸ ਤੋਂ ਬਾਅਦ ਹੈ ਜੀ ਨੈਕਸਟ ਪ੍ਰਸ਼ਨ, ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕਿੱਥੇ ਕੀਤਾ ਜਾਂਦਾ ਹੈ? ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕੋਲਡ ਸਟੋਰਾਂ ਵਿੱਚ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਕਿ ਫਲ ਅਤੇ ਸਬਜ਼ੀਆਂ ਖਰਾਬ ਨਾ ਹੋਣ। ਠੀਕ ਹੈ, ਕੋਲਡ ਸਟੋਰਾਂ ਦੇ ਵਿੱਚ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੈ ਜੀ ਅਗਲਾ ਭਾਗ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਠੀਕ ਹੈ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਨਦੀਨ ਕੀ ਹੁੰਦਾ ਹੈ? ਪ੍ਰਸ਼ਨ ਨੰਬਰ 5, 2 ਨਦੀਨਾਂ ਦੇ ਨਾਂ ਲਿਖੋ ਅਤੇ ਨਦੀਨ ਕੱਢਣ ਦਾ ਇੱਕ ਢੰਗ ਲਿਖੋ। ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ, ਫਸਲਾਂ ਦੇ ਨਾਲ ਉੱਗਣ ਵਾਲੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਉਦਾਹਰਨ ਲਈ ਚਲਾਈ, ਬਾਥੂ। ਠੀਕ ਹੈ, ਖੇਤ ਵਿੱਚੋਂ ਨਦੀਨ ਨੂੰ ਹਟਾਉਣ ਲਈ ਨਦੀਨ ਕੱਢਣਾ ਆਖਦੇ ਹਨ। ਨਦੀਨਾਂ ਨੂੰ ਹਟਾਉਣ ਦਾ ਇੱਕ ਤਰੀਕਾ ਹੱਥਾਂ ਨਾਲ ਨਦੀਨ ਨੂੰ ਪੁੱਟਣਾ ਵੀ ਹੈ। ਅਦਰਵਾਈਜ਼ ਕਹਿ ਸਕਦੇ ਜਿਹੜੀਆਂ ਨਦੀਨ ਨਾਸ਼ਕ ਹੈ ਨਾ, ਖਾਦਾਂ, ਮਤਲਬ ਕਹਿ ਸਕਦੇ ਆਪਾਂ ਸਪਰੇਅ ਦੀ ਵਰਤੋਂ ਕਰ ਸਕਦੇ ਹਾਂ। ਠੀਕ ਹੈ, ਅਦਰਵਾਈਜ਼ ਇਹਨੂੰ ਆਪਾਂ ਹੱਥ ਨਾਲ ਵੀ ਪੁੱਟ ਸਕਦੇ ਹਾਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, 6ਵਾਂ ਪ੍ਰਸ਼ਨ ਹੈ, ਦੋਗਲਾਕਰਨ ਕੀ ਹੁੰਦਾ ਹੈ? ਇਹ ਕਿਵੇਂ ਲਾਭਦਾਇਕ ਹੈ? ਇਸ ਦਾ ਉੱਤਰ ਤੁਸੀਂ ਲਿਖੋਗੇ, ਵੱਖ ਵੱਖ ਗੁਣਾਂ ਵਾਲੀ ਇੱਕੋ ਪ੍ਰਜਾਤੀ ਦੇ 2 ਜਾਂ 2 ਤੋਂ ਵੱਧ ਪੌਦਿਆਂ ਦੇ ਗੁਣ ਮਿਲਾ ਕੇ ਨਵੀਂ ਕਿਸਮ ਦੇ ਬੀਜ ਬੀਜਣ ਨੂੰ ਦੋਗਲਾਕਰਨ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਇਹਦੇ ਲਾਭ ਲਿਖਣੇ ਨੇ ਆਪਾਂ ਨੇ। ਦੋਗਲਾਕਰਨ ਨਾਲ ਤਿਆਰ ਫਸਲਾਂ ਦਾ ਝਾੜ ਅਤੇ ਫਸਲਾਂ ਦੀ ਰੋਗ ਪ੍ਰਤੀਰੋਧਕਤਾ ਹੈ ਜਿਹੜੀ ਉਹ ਵੱਧ ਹੁੰਦੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਪ੍ਰਸ਼ਨ ਨੰਬਰ 7 ਹੈ ਜੀ, ਹਰੀ ਖਾਦ ਕੀ ਹੈ? ਇਸ ਦਾ ਉੱਤਰ ਤੁਸੀਂ ਲਿਖੋਗੇ, ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਰਾਈਜ਼ੋਬੀਅਮ ਜੀਵਾਣੂ ਨਾਈਟ੍ਰੋਜਨ ਸਥਿਰੀਕਰਨ ਕਰਕੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਸੋਖ ਲੈਂਦਾ ਹੈ।
ਇਸ ਤੋਂ ਬਾਅਦ ਜੇਕਰ ਇਹੀ ਫਲੀਦਾਰ ਪੌਦਿਆਂ ਨੂੰ ਫੁੱਲ ਲੱਗਣ ਤੋਂ ਪਹਿਲਾਂ ਹੀ ਕੁਤਰ ਕੇ ਖੇਤ ਵਿੱਚ ਗਲਣ ਸੜਨ ਦਿੱਤਾ ਜਾਵੇ ਤਾਂ ਇਸ ਨੂੰ ਹਰੀ ਖਾਦ ਕਹਿੰਦੇ ਹਨ। ਠੀਕ ਹੈ ਜੀ, ਇਸ ਤਰੀਕੇ ਨਾਲ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8, ਬੀਜ ਬੀਜਣ ਦੇ ਵੱਖ-ਵੱਖ ਢੰਗ ਕੀ ਹਨ? ਇਸ ਦਾ ਉੱਤਰ ਤੁਸੀਂ ਲਿਖੋਗੇ ਬੀਜ ਬੀਜਣ ਦੇ 3 ਤਰੀਕੇ ਹਨ। ਨੰਬਰ 1 ਛਿੱਟ ਦੇਣਾ, ਹੱਥ ਨਾਲ ਕੇਰਾ ਦੇਣਾ, ਠੀਕ ਹੈ, ਪੋਰ ਜਾਂ ਡਰਿੱਲ ਨਾਲ ਬਿਜਾਈ ਕਰਨਾ। ਇਸ ਤਰੀਕੇ ਨਾਲ ਅਸੀਂ ਬੀਜਾਂ ਨੂੰ ਬੀਜ ਸਕਦੇ ਹਾਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 9, ਪਨੀਰੀ ਰੋਪਣ ਤੋਂ ਕੀ ਭਾਵ ਹੈ? ਇਸ ਦਾ ਉੱਤਰ ਤੁਸੀਂ ਲਿਖੋਗੇ ਨਰਸਰੀ ਵਿੱਚ ਫਸਲ ਦੇ ਬਹੁਤ ਸਾਰੇ ਪੌਦੇ ਲਗਾ ਕੇ 20-30 ਦਿਨਾਂ ਬਾਅਦ ਇਹਨਾਂ ਛੋਟੇ ਪੌਦਿਆਂ ਨੂੰ ਹੱਥੀਂ ਪੁੱਟ ਕੇ ਖੇਤਾਂ ਵਿੱਚ ਲਾਉਣ ਦੀ ਪ੍ਰਕਿਰਿਆ ਪਨੀਰੀ ਰੋਪਣ ਕਹਾਉਂਦੀ ਹੈ। ਠੀਕ ਹੈ ਜੀ, ਮਤਲਬ ਪਹਿਲਾਂ ਪੌਦ ਤਿਆਰ ਕਰ ਲਈ ਜਾਂਦੀ ਹੈ, ਉਹਨੂੰ ਆਪਾਂ ਪਨੀਰੀ ਰੋਪਣ ਆਖਦੇ ਹਾਂ। ਕੀਟ ਕੀ ਹੁੰਦੇ ਹਨ? ਉਦਾਹਰਨ ਦਿਓ। ਉੱਤਰ ਲਿਖੋਗੇ ਇਸ ਦਾ ਤੁਸੀਂ ਕੋਈ ਵੀ ਸੂਖਮ ਜੀਵ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਉਂਦਾ ਹੈ ਉਸ ਨੂੰ ਕੀਟ ਕਹਿੰਦੇ ਹਨ। ਉਦਾਹਰਨ ਵਜੋਂ ਕੀੜੇ, ਪੰਛੀ, ਚੂਹੇ, ਵੱਡੇ ਜਾਨਵਰ। ਠੀਕ ਹੈ, ਇਹ ਸਭ ਕੀਟ ਹੋ ਸਕਦੇ ਨੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 11। ਠੀਕ ਹੈ, ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਹੁਣ ਪ੍ਰਸ਼ਨ ਨੰਬਰ 11 ਹੈ ਰੂੜੀ ਖਾਦ ਅਤੇ ਰਸਾਇਣਿਕ ਖਾਦ ਦੇ ਵਿੱਚ ਅੰਤਰ ਦੱਸਣੇ ਆਪਾਂ ਨੇ। ਠੀਕ ਹੈ, ਇਸ ਦਾ ਅੰਤਰ ਆਪਾਂ ਇੱਦਾਂ ਲਿਖਾਂਗੇ। ਦੇਖੋ ਪਹਿਲਾਂ ਆਪਾਂ ਰੂੜੀ ਦੀ ਖਾਦ ਬਾਰੇ ਪੁਆਇੰਟ ਲਿਖਦੇ ਹਾਂ ਸਾਰੀ। ਠੀਕ ਹੈ, ਤਾਂ ਰੂੜੀ ਦੀ ਖਾਦ ਬਾਰੇ ਲਿਖੋ ਜੀ। ਦੇਖੋ ਰੂੜੀ ਦੀ ਖਾਦ ਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਖੇਤਾਂ ਵਿੱਚ ਬਣਾਈ ਜਾਂਦੀ ਹੈ। ਇਹ ਗੋਬਰ ਅਤੇ ਹੋਰ ਜੈਵਿਕ ਵਿਅਰਥ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਭੂਮੀ ਨੂੰ ਬਹੁਤ ਸਾਰਾ ਮੱਲੜ ਪ੍ਰਦਾਨ ਕਰਦੀਆਂ ਹਨ। ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਘੱਟ ਮਾਤਰਾ ਵਿੱਚ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹਨਾਂ ਨੂੰ ਸਟੋਰ ਕਰਨ ਲਈ ਵੱਡੇ ਖੇਤਰ ਦੀ ਲੋੜ ਪੈਂਦੀ ਹੈ। ਇਸ ਤੋਂ ਬਾਅਦ ਹੈ ਜੀ ਇਹ ਮੀਂਹ ਅਤੇ ਧੁੱਪ ਵਿੱਚ ਖਰਾਬ ਨਹੀਂ ਹੁੰਦੀ। ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੋਣ ਕਾਰਨ ਪੌਦਿਆਂ ਨਾਲ ਧੀਮੀ ਦਰ ਨਾਲ ਸੋਖੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਭੂਮੀ ਪ੍ਰਦੂਸ਼ਣ ਨਹੀਂ ਹੁੰਦਾ। ਤਾਂ ਇਹ 9 ਪੁਆਇੰਟ ਜਿਹੜੇ ਤੁਸੀਂ ਲਿਖੋਗੇ ਇਹ ਰੂੜੀ ਦੀ ਖਾਦ ਬਾਰੇ ਲਿਖੋਗੇ। ਠੀਕ ਹੈ, ਰੂੜੀ ਦੀ ਖਾਦ ਬਾਰੇ ਇਹ 9 ਪੁਆਇੰਟ ਲਿਖੋਗੇ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਤੁਸੀਂ ਰਸਾਇਣਿਕ ਖਾਦ ਦੇ ਵਿੱਚ ਕੀ ਲਿਖ ਸਕਦੇ ਹੋ। ਠੀਕ ਹੈ ਜੀ, ਰਸਾਇਣਿਕ ਖਾਦ ਦੇ ਵਿੱਚ ਨੰਬਰ 1 ਤੁਸੀਂ ਲਿਖੋਗੇ ਰਸਾਇਣਿਕ ਖਾਦ ਅਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਕਾਰਖਾਨੇ ਵਿੱਚ ਬਣਾਈ ਜਾਂਦੀ ਹੈ। ਦੇਖੋ ਇਹੀ ਅੰਤਰ ਹੈ ਨਾ ਵੀ ਉਹ ਆਮ ਖੇਤਾਂ ਦੇ ਵਿੱਚ ਬਣਾ ਸਕਦੇ ਸੀ ਆਪਾਂ। ਇਹ ਅਕਾਰਬਨਿਕ ਲੂਣਾਂ ਦੀ ਬਣੀ ਹੁੰਦੀ ਹੈ। ਇਹ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਰਸਾਇਣਿਕ ਖਾਦਾਂ ਵਿੱਚ ਰੂੜੀ ਦੀਆਂ ਖਾਦਾਂ ਦੀ ਤੁਲਨਾ ਵਿੱਚ ਵੱਧ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਸਟੋਰ ਕੀਤਾ ਜਾਂਦਾ, ਜਿਵੇਂ ਰੇਹ ਆਪਾਂ ਲੈ ਕੇ ਆਉਂਦੇ ਯੂਰੀਆ, ਉਹ ਠੀਕ ਹੈ ਬੋਰੀਆਂ ਦੇ ਵਿੱਚ ਹੁੰਦੀ ਹੈ। ਠੀਕ ਹੈ, ਇਹ ਮੀਂਹ ਅਤੇ ਧੁੱਪ ਵਿੱਚ ਖਰਾਬ ਹੋ ਜਾਂਦੀਆਂ ਹਨ। ਇਹ ਪਾਣੀ ਵਿੱਚ ਘੁਲਣਸ਼ੀਲ ਹੋਣ ਕਾਰਨ ਤੇਜ਼ ਗਤੀ ਨਾਲ ਸੋਖ ਜਾਂਦੀਆਂ ਹਨ। ਇਹਨਾਂ ਦੀ ਵਰਤੋਂ ਨਾਲ ਪ੍ਰਦੂਸ਼ਣ ਹੁੰਦਾ ਹੈ। ਇਸ ਤਰੀਕੇ ਨਾਲ ਇਹ ਜਿਹੜੇ 9 ਪੁਆਇੰਟ ਨੇ ਤੁਸੀਂ ਇਹ ਰਸਾਇਣਿਕ ਖਾਦ ਬਾਰੇ ਲਿਖ ਸਕਦੇ ਹੋ। ਠੀਕ ਹੈ, ਪਹਿਲਾਂ ਵਾਲੇ ਜਿਹੜੇ 9 ਪੁਆਇੰਟ ਸੀ ਉਹ ਤੁਸੀਂ ਨੇ ਰੂੜੀ ਦੀ ਖਾਦ ਬਾਰੇ ਲਿਖੇ ਸੀ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਨੋਟ ਕਰ ਲਿਓ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ 12ਵਾਂ ਪ੍ਰਸ਼ਨ। ਤਾਂ ਪ੍ਰਸ਼ਨ ਨੰਬਰ 12 ਕੁਝ ਇਸ ਤਰੀਕੇ ਨਾਲ ਤੁਹਾਨੂੰ ਦਿੱਤਾ ਗਿਆ ਹੈ ਡੇਅਰੀ ਫਾਰਮਿੰਗ ਤੋਂ ਕੀ ਭਾਵ ਹੈ? ਡੇਅਰੀ ਫਾਰਮਿੰਗ ਦੀਆਂ ਵੱਖ-ਵੱਖ ਪੱਧਤੀਆਂ ਦਾ ਵਰਣਨ ਕਰੋ। ਤਾਂ ਇਸ ਦਾ ਉੱਤਰ ਅਸੀਂ ਲਿਖਾਂਗੇ। ਦੇਖੋ ਜੀ, ਡੇਅਰੀ ਫਾਰਮਿੰਗ ਤੋਂ ਭਾਵ ਦੁਧਾਰੂ ਪਸ਼ੂਆਂ ਦਾ ਪਾਲਣ ਪੋਸ਼ਣ ਕਰਨ ਤੋਂ ਹੈ, ਜਿਸ ਵਿੱਚ ਗਾਵਾਂ ਮੱਝਾਂ ਦਾ ਪਾਲਣ ਪੋਸ਼ਣ ਮੁੱਖ ਰੂਪ ਵਿੱਚ ਕੀਤਾ ਜਾਂਦਾ ਹੈ। ਡੇਅਰੀ ਫਾਰਮਿੰਗ ਦੀਆਂ ਪੱਧਤੀਆਂ। ਠੀਕ ਹੈ ਜੀ, ਦੇਖੋ ਦੁਧਾਰੂ ਪਸ਼ੂਆਂ ਦੀਆਂ ਦੋਗਲੀਆਂ ਪ੍ਰਜਾਤੀਆਂ ਪੈਦਾ ਕਰਨਾ ਜਿਨ੍ਹਾਂ ਦਾ ਦੁੱਧ ਲੈਣ ਦਾ ਲੰਮਾ ਸਮਾਂ ਕਾਲ ਹੋਵੇ। ਠੀਕ ਹੈ ਜੀ, ਤਾਂ ਦੇਖੋ ਪਸ਼ੂਆਂ ਦੇ ਪਾਲਣ ਪੋਸ਼ਣ ਲਈ ਉਚਿਤ ਆਹਾਰ ਵਾਲਾ ਚਾਰਾ ਦੇਣਾ। ਠੀਕ ਹੈ, ਮਤਲਬ ਉਹਨੂੰ ਵਧੀਆ ਆਪਾਂ ਕਹਿ ਸਕਦੇ ਹਾਂ ਭੋਜਨ ਦਈਏ ਹੈ ਨਾ, ਵੀ ਇਸ ਤਰੀਕੇ ਨਾਲ ਉਹ ਵਧੀਆ ਦੁੱਧ ਦੇਣਗੇ। ਪਸ਼ੂਆਂ ਦੇ ਰਹਿਣ ਲਈ ਸਾਫ਼ ਸੁਥਰੇ ਹਵਾਦਾਰ ਸ਼ੈੱਡ ਦਾ ਪ੍ਰਬੰਧ, ਪਸ਼ੂਆਂ ਨੂੰ ਬਿਮਾਰੀਆਂ ਅਤੇ ਪਰਜੀਵੀਆਂ ਤੋਂ ਬਚਾਉਣਾ। ਠੀਕ ਹੈ, ਦੁੱਧ ਦੇ ਨਾਲ ਨਾਲ ਦੁੱਧ 'ਤੇ ਆਧਾਰਿਤ ਪਦਾਰਥਾਂ ਦੀ ਤਿਆਰੀ ਕਰਨਾ। ਠੀਕ ਹੈ ਜੀ, ਇਹ ਸਭ ਇਸ ਦੀਆਂ ਪੱਧਤੀਆਂ ਹੋਣਗੀਆਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 13, ਦੱਸੋ ਕਿ ਵਰਮੀ ਕੰਪੋਸਟ ਕਿਵੇਂ ਤਿਆਰ ਕੀਤਾ ਜਾਂਦਾ ਹੈ? ਤਾਂ ਦੇਖੋ ਆਪਾਂ ਨੇ ਕੀ ਜਾਣਿਆ ਸੀ ਕਿ ਵਰਮੀ ਕੰਪੋਸਟ ਦੀ ਤਿਆਰੀ ਲਈ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਹੁਣ ਆਪਾਂ ਇਹਦਾ ਪੂਰਾ ਪ੍ਰੋਸੈਸ ਲਿਖਣਾ ਹੈਗਾ। ਉੱਤਰ ਲਿਖਾਂਗੇ ਇਹਦਾ ਗੰਡੋਏ ਪਸ਼ੂਆਂ ਦੇ ਸੜੇ ਹੋਏ ਗੋਹੇ ਨੂੰ ਪੌਸ਼ਟਿਕ ਤੱਤ ਨਾਲ ਭਰਪੂਰ ਖਾਦ ਵਿੱਚ ਬਦਲਦੇ ਹਨ, ਜਿਸ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਹੈ ਜੀ ਵਰਮੀ ਕੰਪੋਸਟ ਬਣਾਉਣ ਦੀ ਵਿਧੀ ਇਸ ਪ੍ਰਕਾਰ ਹੈ। ਤਾਂ ਦੇਖੋ ਨੰਬਰ 1 ਪੁਆਇੰਟ ਲਿਖੋ ਤੁਸੀਂ 2 ਜੁੜਵੇਂ ਖਾਨੇ ਜਾਂ ਖੱਡੇ ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਇਹ ਖੱਡੇ ਛੇਕਾਂ ਦੁਆਰਾ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਪਸ਼ੂਆਂ ਦੇ ਗੋਬਰ ਅਤੇ ਪੱਤਿਆਂ ਦੇ ਮਿਸ਼ਰਣ ਉੱਤੇ ਪਾਣੀ ਪਾਇਆ ਜਾਂਦਾ ਹੈ ਅਤੇ ਲਗਭਗ 30 ਦਿਨਾਂ ਲਈ ਪਹਿਲੇ ਖੱਡੇ ਵਿੱਚ ਸੜਨ ਦਿੱਤਾ ਜਾਂਦਾ ਹੈ। ਹੁਣ ਖੱਡੇ ਵਿੱਚ ਗੰਡੋਏ ਛੱਡੇ ਜਾਂਦੇ ਹਨ। ਪਸ਼ੂਆਂ ਦਾ ਗੋਬਰ ਅਤੇ ਪੱਤੇ ਅਤੇ ਪਾਣੀ ਨੂੰ ਦੂਜੇ ਖੱਡੇ ਵਿੱਚ ਪਾ ਦਿੱਤਾ ਜਾਂਦਾ ਹੈ। 40-45 ਦਿਨਾਂ ਬਾਅਦ
ਖੱਡੇ ਵਿੱਚ ਕੰਪੋਸਟ ਵਰਮੀ ਕੰਪੋਸਟ ਵਿੱਚ ਬਦਲ ਜਾਂਦੀ ਹੈ ਅਤੇ ਇਸ ਨੂੰ ਸੁੱਕਣ ਦਿੱਤਾ ਜਾਂਦਾ ਹੈ। ਤੇ ਇਸ ਤੋਂ ਬਾਅਦ ਨੰਬਰ 5, ਇਸ ਤੋਂ ਬਾਅਦ ਵਰਮੀ ਕੰਪੋਸਟ ਨੂੰ ਛਾਣ ਕੇ ਵੱਖ ਕੀਤਾ ਜਾਂਦਾ ਹੈ। ਗੰਡੋਇਆਂ ਦੇ ਨਾਲ ਗੰਡੋਇਆਂ ਦੇ ਕੋਕੂਨ ਦੂਜੇ ਖੱਡੇ ਵਿੱਚ ਪਾਏ ਜਾਂਦੇ ਹਨ। ਗੰਡੋਏ ਛੇਕਾਂ ਰਾਹੀਂ ਵੀ ਇੱਕ ਖੱਡੇ ਤੋਂ ਦੂਜੇ ਖੱਡੇ ਵਿੱਚ ਜਾ ਸਕਦੇ ਹਨ। ਦੁਬਾਰਾ ਪਹਿਲਾ ਖੱਡਾ ਪਸ਼ੂਆਂ ਦੇ ਗੋਬਰ, ਪਾਣੀ ਅਤੇ ਪੱਤੇ ਨਾਲ ਭਰਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਵਾਰ-ਵਾਰ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਇਹ ਪੂਰੀ ਪ੍ਰਕਿਰਿਆ ਸੀ, ਠੀਕ ਹੈ। ਇਸ ਪ੍ਰਕਿਰਿਆ ਨੂੰ ਇੱਦਾਂ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਵਰਮੀ ਕੰਪੋਸਟ ਤਿਆਰ ਕੀਤਾ ਜਾਂਦਾ ਹੈ, ਠੀਕ ਹੈ। ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ, ਠੀਕ ਹੈ ਜੀ। ਵੀਡੀਓ ਨੂੰ ਰੋਕ ਕੇ ਨੋਟ ਕਰ ਲਿਆ ਕਰੋ ਜਾਂ ਬੈਕ ਕਰਕੇ ਨੋਟ ਕਰ ਲਿਆ ਕਰੋ। ਇਹ ਸਾਰਾ ਪ੍ਰਸ਼ਨ ਹੈ ਜਿਹੜਾ ਇਸਦਾ ਤੁਸੀਂ ਉੱਤਰ ਹੈ ਜਿਹੜਾ ਇਹ ਇਸ ਤਰੀਕੇ ਨਾਲ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਜੀ। ਪ੍ਰਸ਼ਨ ਨੰਬਰ 14 ਤੁਹਾਡੇ ਸਾਹਮਣੇ ਹੈ। ਤਾਂ ਦੇਖੋ ਜੀ, ਵੱਖ-ਵੱਖ ਖੇਤੀਬਾੜੀ ਦੀਆਂ ਪੱਧਤੀਆਂ ਕਿਹੜੀਆਂ ਹਨ? ਕੋਈ ਦੋ ਸਮਝਾਓ। ਇਸ ਦਾ ਉੱਤਰ ਤੁਸੀਂ ਲਿਖੋਗੇ, ਫਸਲਾਂ ਦੇ ਉਤਪਾਦਨ ਲਈ ਕਈ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਉਹਨਾਂ ਨੂੰ ਖੇਤੀਬਾੜੀ ਅਭਿਆਸਾਂ ਵਜੋਂ ਜਾਣਿਆ ਜਾਂਦਾ ਹੈ, ਠੀਕ ਹੈ। ਤਾਂ ਇਸ ਦੇ ਲਈ ਕਿਹੜੀਆਂ-ਕਿਹੜੀਆਂ ਪੱਧਤੀਆਂ ਨੇ? ਕੁਝ ਇਸ ਤਰੀਕੇ ਨਾਲ ਨੇ, ਦੇਖੋ। ਜ਼ਮੀਨ ਦੀ ਤਿਆਰੀ, ਸਭ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਕੀਤੀ ਜਾਂਦੀ ਹੈ, ਠੀਕ ਹੈ। ਫਿਰ ਬੀਜ ਬੀਜਣਾ, ਰੂੜੀ ਖਾਦ ਅਤੇ ਰਸਾਇਣਿਕ ਖਾਦ ਪਾਉਣਾ, ਸਿੰਚਾਈ ਕਰਨਾ, ਠੀਕ ਹੈ। ਨਦੀਨਾਂ ਨੂੰ ਕੱਢਣਾ, ਕੀਟਾਂ ਤੋਂ ਫਸਲਾਂ ਦੀ ਸੁਰੱਖਿਆ, ਕਟਾਈ ਅਤੇ ਗਹਾਈ, ਭੰਡਾਰਨ। ਇਹ ਸਭ ਪੁਆਇੰਟ ਨੇ ਜਿਹੜੇ ਇਹ ਮਤਲਬ ਕਿ ਇਸ ਤਰੀਕੇ ਨਾਲ ਜਿਹੜੀ ਖੇਤੀਬਾੜੀ ਦੀਆਂ ਪੱਧਤੀਆਂ ਹੁੰਦੀਆਂ ਨੇ, ਪੂਰੇ ਸਟੈਪ ਬਣੇ ਹੋਏ ਹੁੰਦੇ ਨੇ, ਠੀਕ ਹੈ। ਅਤੇ ਇਸ ਤੋਂ ਬਿਨਾਂ ਇਹਨਾਂ ਨੇ ਕੀ ਕਿਹਾ ਸੀ, ਕਹਿੰਦੇ ਸਮਝਾਓ, ਠੀਕ ਹੈ। ਤਾਂ ਆਪਾਂ ਇਹਦੇ ਵਿੱਚ ਸਮਝਾਉਂਦੇ ਨੰਬਰ 1 ਬੀਜ ਬੀਜਣਾ, ਠੀਕ ਹੈ। ਤਾਂ ਦੇਖੋ, ਖੇਤ ਵਿੱਚ ਵੱਖ-ਵੱਖ ਤਰੀਕੇ ਨਾਲ ਬੀਜ ਬੀਜੇ ਜਾਂਦੇ ਹਨ। ਨੰਬਰ 1 ਛਿੱਟਾ ਦੇਣਾ ਜਾਂ ਖਿਲਾਰਨਾ, ਠੀਕ ਹੈ। ਤਾਂ ਜਿਵੇਂ ਦੇਖੋ, ਕਣਕ, ਮੱਕੀ, ਸਰੋਂ ਵਰਗੀਆਂ ਫਸਲਾਂ ਦੇ ਬੀਜ ਹੱਥਾਂ ਨਾਲ ਛਿੱਟਾ ਦੇ ਕੇ ਬੀਜੇ ਜਾਂਦੇ ਹਨ। ਇਸ ਵਿਧੀ ਨੂੰ ਛਿੱਟਾ ਦੇਣਾ ਵੀ ਕਿਹਾ ਜਾਂਦਾ ਹੈ। ਪਰ ਇਹਨਾਂ ਨੂੰ ਆਪਾਂ ਮਤਲਬ ਡਰਿੱਲ ਨਾਲ ਵੀ ਬੀਜ ਸਕਦੇ ਹਾਂ। ਜਿਵੇਂ ਕਣਕ ਨੂੰ ਆਪਾਂ ਡਰਿੱਲ ਨਾਲ ਵੀ ਬੀਜਦੇ ਹਾਂ, ਸਰੋਂ ਨੂੰ ਭਾਵੇਂ ਖੰਡਿਆ ਵੀ ਦਿੰਦੇ ਹਾਂ, ਠੀਕ ਹੈ, ਵੈਸੇ ਬੀਜ ਸਕਦੇ ਹਾਂ। ਹੱਥ ਨਾਲ ਘੇਰਾ ਦੇਣਾ, ਖੇਤ ਨੂੰ ਵਾਹੁਣ ਤੋਂ ਬਾਅਦ, ਇੱਥੇ ਬਾਅਦ ਆਉਣਾ ਸੀ, ਆੜਾ ਪਾ ਲਿਓ, ਇੱਦਾਂ ਬਾਅਦ ਇੱਕ ਵਿਅਕਤੀ ਹੱਥਾਂ ਨਾਲ ਬੀਜਾਂ ਨੂੰ ਖੁਰਲੀਆਂ ਵਿੱਚ ਸੁੱਟਦਾ ਹੈ ਅਤੇ ਆਲੂਆਂ ਨੂੰ ਹੱਥਾਂ ਨਾਲ ਖੁਰਲੀਆਂ ਵਿੱਚ ਬੀਜਿਆ ਜਾਂਦਾ ਹੈ। ਇਸ ਤਰੀਕੇ ਨਾਲ, ਠੀਕ ਹੈ, ਇਹ ਸਟੈਪ ਹੋ ਸਕਦਾ ਹੈ। ਅਤੇ ਨੰਬਰ 3 ਬੀਜ ਡਰਿੱਲ, ਇੱਕ ਅਜਿਹਾ ਪਦਾਰਥ ਹੈ ਜੋ ਖੇਤ ਵਿੱਚ ਖਾਸ ਡੂੰਘਾਈ ਅਤੇ ਉਚਿਤ ਦੂਰੀ 'ਤੇ ਬੀਜਣ ਲਈ ਵਰਤਿਆ ਜਾਂਦਾ ਹੈ। ਜੋ ਬੀਜ ਸਹੀ ਢੰਗ ਨਾਲ ਉੱਗ ਸਕੇ। ਬੀਜ ਡਰਿੱਲ ਟਰੈਕਟਰ ਨਾਲ ਵੀ ਵਰਤੀ ਜਾਂਦੀ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਇਸ ਦਾ ਉੱਤਰ ਲਿਖ ਸਕਦੇ ਹੋ। ਨੈਕਸਟ, ਦੂਸਰੀ ਇੱਕ ਪੱਧਤੀ ਦਾ ਆਪਾਂ ਨੇ ਹੋਰ ਵਿਆਖਿਆ ਕਰਨੀ ਹੈ। ਇਸ ਪੱਧਤੀ ਦੀ ਵਿਆਖਿਆ ਇਸ ਤਰੀਕੇ ਨਾਲ ਹੋ ਜਾਏਗੀ, ਫਸਲਾਂ ਦੇ ਨਾਲ ਖੇਤਾਂ ਵਿੱਚ ਉੱਗੇ ਫਾਲਤੂ ਪੌਦੇ ਨਦੀਨ ਕਹਾਉਂਦੇ ਹਨ। ਨਦੀਨਾਂ ਨੂੰ ਇਹਨਾਂ ਵਿਧੀਆਂ ਰਾਹੀਂ ਹਟਾਇਆ ਜਾ ਸਕਦਾ, ਜਿਵੇਂ ਹੱਥਾਂ ਨਾਲ ਪੁੱਟਣਾ, ਦੰਦਰਾਲ ਜਾਂ ਖੁਰਪੇ ਦੀ ਵਰਤੋਂ ਕਰਕੇ ਪੁੱਟਣਾ, ਨਦੀਨ ਨਾਸ਼ਕਾਂ ਜਿਵੇਂ ਕਿ 2,4-D ਦੀ ਵਰਤੋਂ ਕਰਕੇ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਨਦੀਨ ਨਾਸ਼ਕ ਵਰਤ ਸਕਦੇ ਹਾਂ, ਠੀਕ ਹੈ। ਖੁਰਪੇ ਨਾਲ ਪੁੱਟ ਸਕਦੇ ਹਾਂ, ਹੱਥਾਂ ਨਾਲ ਪੁੱਟ ਸਕਦੇ ਹਾਂ। ਤਾਂ ਇਹ ਸਭ ਪੱਧਤੀਆਂ ਅਪਣਾਈਆਂ ਜਾ ਸਕਦੀਆਂ ਨੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 15, ਫਸਲ ਉਤਪਾਦਨ ਵਿੱਚ ਸੁਧਾਰ ਤੋਂ ਤੁਹਾਡਾ ਕੀ ਭਾਵ ਹੈ? ਇਸ ਦੀਆਂ ਵੱਖ-ਵੱਖ ਪੱਧਤੀਆਂ ਦੀ ਵਿਆਖਿਆ ਕਰੋ। ਤਾਂ ਦੇਖੋ ਜੀ, ਇਸ ਦਾ ਉੱਤਰ ਤੁਸੀਂ ਕੁਝ ਇਸ ਤਰੀਕੇ ਨਾਲ ਲਿਖ ਸਕਦੇ ਹੋ, ਪੱਧਤੀਆਂ ਜਿਨ੍ਹਾਂ ਨਾਲ ਫਸਲਾਂ ਦਾ ਝਾੜ ਵਧਾਇਆ ਜਾਂਦਾ ਹੈ ਫਸਲ ਉਤਪਾਦਨ ਦੇ ਸੁਧਾਰ ਦੀ ਪ੍ਰਕਿਰਿਆ ਵਿੱਚ ਆਉਂਦੀਆਂ ਹਨ। ਵੱਧਦੀ ਆਬਾਦੀ ਦੀਆਂ ਲੋੜਾਂ ਲਈ ਫਸਲਾਂ ਦੇ ਉਤਪਾਦਨ ਵਿੱਚ ਸੁਧਾਰ ਕਰਨਾ ਜ਼ਰੂਰੀ ਸੀ। 20ਵੀਂ ਸਦੀ ਦੇ 7ਵੇਂ ਦਹਾਕੇ ਦੌਰਾਨ ਖੇਤੀ ਪੱਧਤੀਆਂ ਵਿੱਚ ਕ੍ਰਾਂਤੀ ਆਈ, ਜਿਨ੍ਹਾਂ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਵਿਆਖਿਆ ਕਰਦੇ ਹਾਂ। ਦੇਖੋ ਜੀ, ਫਸਲ ਉਤਪਾਦਨ ਵਿੱਚ ਸੁਧਾਰ ਲਈ ਇਹ ਕੁਝ ਨੁਕਤੇ ਵਰਤੇ ਜਾ ਸਕਦੇ ਨੇ, ਠੀਕ ਹੈ। ਨੁਕਤੇ ਇਸ ਪ੍ਰਕਾਰ ਹਨ। ਨੰਬਰ 1 ਰਵਾਇਤੀ ਫਸਲਾਂ ਦੀ ਚੰਗੀ ਅਤੇ ਸਿਹਤਮੰਦ ਬੀਜਾਂ ਦੀ ਚੋਣ ਕਰਕੇ ਬਿਜਾਈ ਕਰਨਾ, ਠੀਕ ਹੈ। ਫਸਲਾਂ ਦੀ ਵਿਦੇਸ਼ੀ ਨਸਲਾਂ ਦੇ ਬੀਜ ਆਯਾਤ ਕਰਕੇ ਬੀਜਣਾ, ਠੀਕ ਹੈ ਜੀ, ਮਤਲਬ ਕਿ ਬੀਜ ਵਧੀਆ ਹੋਣ। ਉਸ ਤੋਂ ਬਿਨਾਂ ਦੋਗਲਾਕਰਨ ਕਰਕੇ ਵੱਧ ਝਾੜ ਵਾਲੀਆਂ ਨਸਲਾਂ ਤਿਆਰ ਕਰਨਾ, ਠੀਕ ਹੈ, ਇੱਥੇ ਨਸਲਾਂ ਲਿਖ ਲਿਓ, ਨਸਲਾਂ ਤਿਆਰ ਕਰਨਾ। ਇਸ ਤੋਂ ਬਾਅਦ ਹੈ ਜੀ ਟਰੈਕਟਰ ਅਤੇ ਹੋਰ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨੀ, ਖੇਤੀਬਾੜੀ ਵਿੱਚ ਤੇਜ਼ੀ ਆਉਂਦੀ ਹੈ ਇਹਦੇ ਨਾਲ, ਠੀਕ ਹੈ। ਤਾਂ ਫਸਲਾਂ ਦੇ ਝਾੜ ਨੂੰ ਵਧਾਉਣ ਲਈ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰਨਾ। ਤਾਂ ਇਸ ਤਰੀਕੇ ਨਾਲ ਦੋਸਤੋ ਇਹ ਆਪਣਾ ਜਿਹੜਾ ਅੱਜ ਦਾ ਪਾਠ ਸੀ ਕੰਪਲੀਟ ਹੋ ਗਿਆ, ਠੀਕ ਹੈ ਜੀ। ਤਾਂ ਇਸ ਨੂੰ ਅਸੀਂ ਅੱਜ ਕੰਪਲੀਟ ਕਰ ਲਿਆ। ਇਸ ਤੋਂ ਬਿਨਾਂ ਤੁਸੀਂ ਜੇਕਰ ਬਾਕੀ ਲੈਸਨ ਵੀ ਕਰਨੇ ਨੇ, ਸਾਰੇ ਲੈਸਨ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ, ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਨੈਕਸਟ ਜਿਹੜਾ ਲੈਸਨ ਹੈਗਾ ਉਹ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਮਿਲੇਗਾ, ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇੱਥੇ ਸਾਰੇ ਪਾਠਾਂ ਦਾ ਸਲਿਊਸ਼ਨ ਮਿਲ ਸਕੇ। ਇਹ ਕਲਾਸ ਇੱਥੋਂ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।